ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੇ ਹਜ਼ੂਰ ਜੁੜ ਮਿਲ ਬੈਠੇ ਰੱਬ ਰੂਪ ਗੁਰਮੁਖ ਸਤਸੰਗੀ ਜਨ, ਸਤਿਗੁਰੂ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰੂ ਚਰਨਾਂ ਵਿੱਚ ਜੁੜ ਕੇ ਬਹਿਣ ਦਾ ਸਮਾਂ ਨਸੀਬ ਹੋਇਆ। ਸਤਿਗੁਰੂ ਜੀ ਦੀ ਇਲਾਹੀ ਬਾਣੀ ਦਾ ਕੀਰਤਨ ਗੁਰੂ ਕੇ ਪਿਆਰੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ। ਗੁਰੂ ਚਰਨਾਂ ਵਿੱਚ ਜੁੜ ਕੇ ਵਾਹਿਗੁਰੂ ਨਾਲ ਜੁੜਨ ਦਾ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ। ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਕੇ ਅੱਜ ਦੇ ਇਸ ਪਾਵਨ ਬਚਨ ਅੰਦਰ ਸੋਝੀ ਦਿੰਦਿਆਂ ਸਮਝਾਉਂਦੇ ਨੇ ਕਿ ਜਿਨ੍ਹਾਂ ਉਸ ਵਾਹਿਗੁਰੂ ਦੇ ਨਾਮ ਨੂੰ ਜਪਿਆ, ਗੁਰੂ ਦੀ ਮੱਤ ਲੈ ਕੇ ਜਿਨ੍ਹਾਂ ਉਸ ਨੂੰ ਧਿਆਇਆ, ਉਹਨਾਂ ਨੇ ਆਪਣੇ ਮਨ ਵਿੱਚੋਂ ਮੌਤ ਦਾ ਭੌ ਖਤਮ ਕਰ ਲਿਆ। ਜਮ ਕੰਕਰ ਉਹਨਾਂ ਦੇ ਵਾਸਤੇ ਮਰ ਗਿਆ। ਉਹਨਾਂ ਨੇ ਮਾਰ ਹੀ ਲਿਆ ਮੌਤ ਨੂੰ, ਜਿਨ੍ਹਾਂ ਵਾਹਿਗੁਰੂ ਨੂੰ ਧਿਆਇਆ। ਮੌਤ ਦੇ ਡਰ ਅਧੀਨ ਸਾਰੀ ਦੁਨੀਆ, ਹਰ ਕੋਈ ਮੌਤ ਤੋਂ ਡਰਦਾ ਹੈ। ਬੰਦਾ ਹੋਰ ਕਿਸੇ ਸ਼ੈ ਤੋਂ ਨਹੀਂ ਡਰਦਾ, ਮੌਤ ਤੋਂ ਡਰਦਾ ਹੈ ਕਿ ਮੌਤ ਨਾ ਆ ਜਾਵੇ। ਮੌਤ ਤੋਂ ਡਰਨ ਦਾ ਕਾਰਨ ਕਿ ਮੌਤ ਸਾਡਾ ਸਾਰਾ ਕੁਝ ਖੋਹ ਲਏਗੀ, ਜੋ ਕੁਝ ਅਸੀਂ ਖੱਟਿਆ ਕਮਾਇਆ ਹੈ, ਜੋ ਵੀ ਸਾਡੀ ਮਾਣ ਵਡਿਆਈ, ਜੋ ਵੀ ਸਾਡੀ ਦੌਲਤ ਸ਼ੌਹਰਤ, ਜ਼ਮੀਨ ਜਾਇਦਾਦ, ਰੁਤਬਾ, ਸਨਮਾਨ, ਸਾਰਾ ਕੁਝ ਮੌਤ ਨੇ ਖੋਹ ਲੈਣਾ ਹੈ। ਇਸ ਲਈ ਮੌਤ ਤੋਂ ਡਰਦਾ ਹੈ। ਮੌਤ ਦਾ ਮੁਕਾਬਲਾ ਵੀ ਨਹੀਂ ਕਰ ਸਕਦਾ। ਕਿਸੇ ਬੰਦੇ ਦਾ ਮੁਕਾਬਲਾ ਕੀਤਾ ਜਾ ਸਕਦਾ। ਕੋਈ ਸਾਡੇ ਉੱਤੇ ਚੜ੍ਹਾਈ ਕਰਕੇ ਆ ਜਾਏ ਤਾਂ ਅਸੀਂ ਉਹਦਾ ਮੁਕਾਬਲਾ ਕਰ ਲਵਾਂਗੇ, ਉਹਦੇ ਸਾਹਮਣੇ ਡਟ ਜਾਵਾਂਗੇ। ਪਰ ਮੌਤ ਦਾ ਕੀ ਮੁਕਾਬਲਾ ਕਰਾਂਗੇ? ਉਹਦਾ ਤਾਂ ਕੋਈ ਮੁਕਾਬਲਾ ਹੈ ਹੀ ਨਹੀਂ। ਉਹਦੇ ਨਾਲ ਤਾਂ ਕਿਸੇ ਤਰ੍ਹਾਂ ਡਟਿਆ ਹੀ ਨਹੀਂ ਜਾ ਸਕਦਾ, ਕਿਉਂਕਿ ਉਹ ਜਦੋਂ ਆਉਂਦੀ ਹੈ ਤਾਂ ਉਹਦੇ ਨਾਲ ਬੰਦੇ ਨੂੰ ਤੁਰਨਾ ਹੀ ਪੈਂਦਾ ਹੈ। ਇਹੀ ਇੱਕ ਕਾਰਨ ਹੈ ਕਿ ਬੰਦਾ ਜਾਣਾ ਨਹੀਂ ਚਾਹੁੰਦਾ। ਮੌਤ ਬੰਦੇ ਨੂੰ ਇਸ ਦੁਨੀਆ ਤੋਂ ਲੈ ਜਾਣਾ ਚਾਹੁੰਦੀ ਹੈ, ਲੈ ਜਾਂਦੀ ਹੈ। ਬੰਦਾ ਇਸ ਜੀਵਨ ਨੂੰ ਪਕੜ ਕੇ ਰੱਖਣਾ ਚਾਹੁੰਦਾ ਹੈ, ਇਹਦੇ ਵਿੱਚ ਹੀ ਰਹਿਣਾ ਚਾਹੁੰਦਾ ਹੈ, ਜਿਉਣਾ ਚਾਹੁੰਦਾ ਹੈ। ਇਸ ਲਈ ਬੰਦੇ ਨੂੰ ਇੰਜ ਲੱਗਦਾ ਹੈ ਕਿ ਜੰਮ ਉਹਦੇ ਨਾਲ ਖਿੱਚਾ ਧੋਈ ਕਰਦੇ ਨੇ, ਕਿ ਜੰਮ ਉਸ ਨੂੰ ਘੜੀਸ ਘੜੀਸ ਕੇ ਲਿਜਾਂਦੇ ਨੇ। ਕੋਈ ਜੰਮ ਕਿਸੇ ਨੂੰ ਘੜੀਸ ਕੇ ਨਹੀਂ ਲਿਜਾਂਦਾ। ਉਹ ਇਸ ਕਰਕੇ ਲੱਗਦਾ ਕਿਉਂਕਿ ਬੰਦਾ ਜੀਵਨ ਦੀ ਪਕੜ ਨਹੀਂ ਛੱਡਣਾ ਚਾਹੁੰਦਾ। ਉਹ ਜੀਵਨ ਦੀ ਪਕੜ ਛੱਡਦਾ ਨਹੀਂ। ਇਸ ਲਈ ਮੌਤ ਜਦੋਂ ਲੈ ਕੇ ਜਾਂਦੀ ਹੈ ਤਾਂ ਉਹ ਸੰਸਾਰ ਨੂੰ ਪਕੜੀ ਰੱਖਣਾ ਚਾਹੁੰਦਾ ਹੈ। ਤਾਂ ਇਸ ਕਰਕੇ ਲੱਗਦਾ ਕਿ ਜੰਮ ਘੜੀਸ ਕੇ ਲਿਜਾਂਦੇ ਬੰਦੇ ਨੂੰ। ਸਤਿਗੁਰੂ ਕਹਿੰਦੇ ਕਿ ਇਹ ਮੌਤ ਦਾ ਭੈ, ਇਹ ਮੌਤ ਦਾ ਡਰ, ਇਹਦੇ ਤੋਂ ਮੁਕਤ ਹੋਣ ਦਾ ਇੱਕੋ ਇੱਕ ਢੰਗ ਤਰੀਕਾ ਹੈ ਕਿ ਗੁਰੂ ਦੀ ਮੱਤ ਤੇ ਚੱਲ ਕੇ ਉਸ ਵਾਹਿਗੁਰੂ ਨੂੰ ਸਿਮਰ। ਬਸ ਇਹੀ ਢੰਗ ਹੈ। ਉਸ ਨੂੰ ਧਿਆ, ਉਸ ਨੂੰ ਸਿਮਰ। ਉਸ ਤੋਂ ਬਿਨਾਂ ਕੋਈ ਹੋਰ ਤਰੀਕਾ ਹੈ ਹੀ ਨਹੀਂ। ਉਸ ਤੋਂ ਬਿਨਾਂ ਕੋਈ ਹੋਰ ਢੰਗ ਹੈ ਹੀ ਨਹੀਂ। ਸਤਿਗੁਰੂ ਕਹਿੰਦੇ ਇੱਥੇ ਚਾਹੇ ਕੋਈ ਸਾਧੂ ਤੇ ਚਾਹੇ ਕੋਈ ਅਸਾਧੂ ਪਾਪੀ,
कोई पुण्य आत्मा ਜਾਂ कोई पाप आत्मा, सब ने इस दुनिया तो जाना ही है। सतगुरु कहते राम गयो रावण गया, राम भी जाता है तो रावण भी चलिया जाता है। ना रावण इत्थे रहिंदा ते ना राम इत्थे रहिंदा। सतगुरु ने जिक्र किया कि जिहदी सोने की लंका सी, जिहदे बहुत सारे धीआं पुत सन, जिहदे घर दे विच दिन रात रसोई वलदी ही रहिंदी सी, रसोई 'च काम हुंदा ही रहिंदा सी, क्योंकि खाण वाले इन्ने सन कि दिन रात चुल्हा जगदा ही रहिंदा सी। वो रावण भी नहीं रहा। सतगुरु कहंदे ते घर, ਉਹਦੇ घर ਦੇ ਵਿੱਚ ਦੀਵਾ ਬੱਤੀ ਬਾਲਣ ਵਾਲਾ ਵੀ ਕੋਈ नहीं बचिया। इसलिए इत्थे कोई भी नहीं रहिंदा है, सब तुर ही जांदे ने। बस मौत दा डर, मौत दा भै बंदे दे मन विच है, क्योंकि बंदा मरना नहीं चाहुंदा है, इस जीवन नूं छड्डना नहीं चाहुंदा, क्योंकि इस जीवन दे विच बड़ा कुछ है, बड़ियां सुख सहूलतां ने, बड़ा ऐशो आराम है, बड़ियां चीज़ां ने। इसलिए इनू छड्ड के जाण नूं किसी दा दिल नहीं करदा। ते सतगुरु कहंदे ये संसार, ये शरीर, ये सब वस्तां बड़ियां सोहणियां ने, पर इनू छड्ड के जाना ही है। कपड़ रूप सुहावना छड्ड दुनिया अंदर जावना है, इनू इत्थे ही छड्ड के तुर जाना है। इस करके सतगुरु कहंदे इस नूं जाण लै कि मौत दा डर अपने मन विचों कढ। जिन्हां दे मन विचों मौत दा डर निकल गया, वो मौत तो घबराउंदे नहीं, वो तो सगों तैयार बहिंदे ने, वो तैयार ही बैठे ने, वो तैयार ही बैठे ने कि कल नूं मौत आउणी है, वो हुणे आ जाए, सानू कोई एतराज नहीं, क्योंकि उन्होंने जो करना सी वो कर लिया जीवन विच। बंदा इस जीवन दे विच सिवाए काम धंधियां तो, सिवाए पैसे तो, सिवाए घर बार बनाउण तो, चीज़ां जोड़न तो होर कुछ कर नहीं सकिया। इसलिए जदों मौत बंदे दे दरवाजे ते आ खड़ोंदी है तो बंदे नूं लगदा है कि हाले तो मैं कुछ कीता ही नहीं, हाले तो मैं कुछ करिया ही नहीं। जन्म तो लैके मौत तक बंदा हमेशा ही ये कहता रहिंदा कि कुछ भी नहीं। जे किसी बंदे नूं जन्म तो बाद ही मौत आ जाती है, तुसीं ऐसा बहुत बारी सुनिया होवेगा कि लोग कहते हैं कि हाले उन्हें देखिया ही की सी, हाले तो कुछ कुछ दिनों का ही सी, चढ़ाई कर गया। जे वो आदमी कुछ समा होर जिउंदा है, वो बचपन अपना गुजारदा है, तो बचपन गुजार के जवानी दे आउण तो पहला पहला चढ़ाई कर दिंदा है, तां भी लोग यही गल्लां कहंदे ने कि हाले तो जवान भी नहीं सी होया, हाले तो वो खेडदा ही सी, हाले तो वो छोटियां मोटियां क्लासां दे विच पढ़दा सी। पर जे वो जवान हो जाता है, वो भर जवानी विच तुर जाता है, तो फिर यही लोग गल्लां करदे ने कि हाले तो उहदा विआह भी नहीं सी होया, वो तो कुआरा ही इस दुनिया तो चला गया। तो जे विआया जावे तो फिर लोग आखदे ने कि हाले कुछ समा ही होया सी विआह होए ने, उहदे ते कोई धी पुत्त भी नहीं सी। ते जे धी पुत्त होण तो बाद चढ़ाई कर देवे तो लोग कहंदे ने हुण उहदे धी पुत्त दा की होएगा, हुण उन्हां दा कौन बनेगा सहारा। घट्टो घट अपने धीआं पुत्तां नूं वधदिआं, उन्हां नूं जवान हुंदिआं उन्हां नूं विआह तां जांदा। जे बंदा उन्हां नूं पढ़ा लिखा के उन्हां नूं विआह दिंदा है, विआह तो बाद चढ़ाई कर जांदा है अपने धीआं पुत्तां दे, तां फिर लोग कहंदे ने घट्टो घट अपने धीआं पुत्तां दे बच्चों का, अपने पुत पोतियां का मूँह तो दिख जाता, अपने पोते दोतियां का मूँह देख के इस दुनिया तो चलिया जाता।
ਜੇ ਉਹ ਆਪਣੇ ਪੁੱਤ ਪੋਤਿਆਂ ਦੋਤਿਆਂ ਦਾ ਮੂੰਹ ਵੀ ਵੇਖ ਲੈਂਦਾ ਤਾਂ ਫਿਰ ਵੀ ਲੋਕ ਰਾਜੀ ਨਹੀਂ ਹੁੰਦੇ। ਫਿਰ ਵੀ ਉਹ ਕਹਿੰਦੇ ਨੇ ਕਿ ਘਰ ਦਾ ਜਿੰਦਾ ਸੀ ਤੇ ਘੱਟੋ ਘੱਟ ਘਰੇ ਤਾਂ ਬੈਠਾ ਹੀ ਸੀ। ਇਸ ਲਈ ਬੰਦਾ ਕਿਸੇ ਵੀ ਤਰ੍ਹਾਂ ਰਾਜੀ ਨਹੀਂ ਹੁੰਦਾ, ਕਿਸੇ ਵੀ ਤਰ੍ਹਾਂ, ਕਿਸੇ ਵੀ ਤਰੀਕੇ ਨਾਲ ਰਾਜੀ ਨਹੀਂ ਹੁੰਦਾ। ਇਹ ਕੋਈ ਨਾ ਕੋਈ ਬਹਾਨਾ, ਕੋਈ ਨਾ ਕੋਈ ਗੱਲ ਲੱਭ ਹੀ ਲੈਂਦਾ ਹੈ। ਸਤਿਗੁਰੂ ਕਹਿੰਦੇ ਕਿਉਂਕਿ ਬੰਦਾ ਇੱਥੋਂ ਜਾਣਾ ਹੀ ਨਹੀਂ ਚਾਹੁੰਦਾ ਹੈ। ਉਹਦੇ ਕੋਲ 100 ਬਹਾਨੇ ਨੇ, ਇਸ ਤੋਂ ਵੀ ਵੱਧ ਹੋਣਗੇ। ਸਤਿਗੁਰੂ ਸਮਝਾਉਂਦੇ, ਵਾਹਿਗੁਰੂ ਦੇ ਨਾਮ ਨੂੰ ਜਿਨ੍ਹਾਂ ਨੇ ਜਪਿਆ ਉਹਨਾਂ ਦੇ ਮਨ ਅੰਦਰ ਆਨੰਦ ਹੀ ਆਨੰਦ ਉਪਜਿਆ। ਆਨੰਦ ਹੀ ਆਨੰਦ। ਹਰ ਹਰ ਨਾਮ ਜਪ ਅਨੰਤ ਤਰੰਗਾ। ਅਨਕ ਅਨੇਕਾਂ ਤਰੰਗਾਂ, ਅਨੰਤ ਜਿਨ੍ਹਾਂ ਦਾ ਕੋਈ ਅੰਤ ਨਹੀਂ। ਉਹਦੇ ਮਨ ਅੰਦਰ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਆਨੰਦ ਦੀਆਂ ਅਨੰਤ ਤਰੰਗਾਂ ਉੱਠਦੀਆਂ ਤੇ ਉਸ ਆਨੰਦ ਨੂੰ ਸ਼ਬਦਾਂ ਵਿੱਚ ਕਹਿਣਾ ਬੜਾ ਕਠਿਨ ਹੈ। ਉਹਨੂੰ ਬਿਆਨ ਕਰਨਾ ਬਹੁਤ ਔਖਾ ਹੈ, ਕਿਉਂਕਿ ਇਹ ਆਨੰਦ ਕੋਈ ਚੀਜ਼ਾਂ ਦਾ ਤੇ ਹੈ ਨਹੀਂ। ਇਹ ਆਨੰਦ ਐਸਾ ਤੇ ਹੈ ਨਹੀਂ ਕਿ ਕੋਈ ਬੰਦਾ ਖਾ ਪੀ ਕੇ ਇਸ ਨੂੰ ਦੱਸ ਲਏਗਾ, ਕਿਉਂਕਿ ਅਸੀਂ ਲੋਕ ਆਨੰਦ ਸੁੱਖ ਨੂੰ ਇਸੇ ਤਰੀਕੇ ਨਾਲ ਹੀ ਜਾਣਦੇ ਹਾਂ ਕਿ ਹਾਂ ਕਿਸੇ ਦੇ ਘਰ ਖੁਸ਼ੀ ਹੈ, ਚਲੋ ਪਾਰਟੀ ਕਰੋ, ਕਿਉਂਕਿ ਅਸੀਂ ਖਾਣ ਪੀਣ ਤੋਂ ਇਲਾਵਾ ਹੋਰ ਕੁਝ ਜਾਣਦੇ ਕੀ ਹਾਂ। ਕੋਈ ਸੁੱਖ ਹੈ, ਚਲੋ ਖਾਓ ਪੀਓ, ਚਲੋ ਪੀਜ਼ਾ ਪਾਰਟੀ ਕਰ ਲਓ। ਅਸੀਂ ਖਾਣ ਪੀਣ ਤੋਂ ਇਲਾਵਾ ਕੱਖ ਨਹੀਂ ਜਾਣਦੇ। ਪਰ ਇਹ ਆਨੰਦ ਐਸਾ ਨਹੀਂ ਹੈ। ਇਹ ਆਨੰਦ ਐਸਾ ਨਹੀਂ। ਇਹ ਆਨੰਦ ਖਾਣ ਪੀਣ ਨਾਲ ਸੰਬੰਧਿਤ ਨਹੀਂ ਹੈ। ਇਹ ਆਨੰਦ ਤੇ ਆਤਮਾ ਨਾਲ ਸੰਬੰਧਿਤ ਹੈ। ਇਹ ਸਾਡੀ ਰੂਹ ਨਾਲ ਸੰਬੰਧਿਤ ਹੈ। ਤੇ ਜਦੋਂ ਇਹ ਆਨੰਦ ਮਿਲਦਾ ਹੈ ਤਾਂ ਬੰਦਾ ਬਿਨਾਂ ਕੁਝ ਖਾਧਿਆਂ ਹੀ ਰੱਜਿਆਂ ਵਾਂਗ ਆਪਣੇ ਆਪ ਨੂੰ ਜਾਣਦਾ ਹੈ। ਕੁਛ ਵੀ ਕੋਲ ਨਾ ਹੋਵੇ, ਉਹ ਆਪਣੇ ਆਪ ਨੂੰ ਰਾਜਿਆਂ ਜੈਸਾ ਸਮਝਦਾ ਹੈ। ਉਹ ਜਿਵੇਂ ਸਭ ਕਾਸੇ ਦਾ ਮਾਲਕ ਹੋ ਗਿਆ ਹੋਵੇ, ਜਿਵੇਂ ਸਭ ਤੋਂ ਉੱਚਾ ਰੁਤਬਾ ਮਿਲ ਗਿਆ ਹੋਵੇ। ਇਸ ਲਈ ਤੇ ਭਗਤ ਉਹ ਰਾਜੇ ਮਹਾਰਾਜੇ ਦੇ ਸਾਹਮਣੇ ਵੀ ਇੰਜ ਗੱਲ ਕਰਦਾ ਜਿਵੇਂ ਉਹ ਵੀ ਰਾਜਾ ਹੋਵੇ, ਜਿਵੇਂ ਉਹ ਖੁਦ ਰਾਜਾ ਹੋਵੇ। ਤੇ ਉਹ ਹੈ ਹੀ, ਉਹ ਹੈ ਹੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਐਸਾ। ਸਤਿਗੁਰੂ ਕਹਿੰਦੇ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਜਿਹਨੂੰ ਵਾਹਿਗੁਰੂ ਦੀ ਸਿਫਤ ਸਲਾਹ ਮਿਲ ਜਾਂਦੀ। ਇਸ ਲਈ ਉਹਦੇ ਸਾਹਮਣੇ ਆ ਦੁਨਿਆਵੀ ਚੀਜ਼ਾਂ, ਰੁਤਬੇ, ਪਦ, ਪ੍ਰਤਿਸ਼ਠਾ, ਮਾਣ, ਵਡਿਆਈ ਕੱਖ ਵੀ ਨਹੀਂ ਹੈ। ਜੋ ਉਹਨੂੰ ਮਿਲਿਆ ਉਹ ਸਭ ਤੋਂ ਵੱਖਰਾ ਹੈ। ਇਸ ਲਈ ਉਹਦਾ ਆਨੰਦ ਚੀਜ਼ਾਂ ਨਾਲ ਸੰਬੰਧਿਤ ਨਹੀਂ ਹੈ। ਸਤਿਗੁਰੂ ਕਹਿੰਦੇ ਅਨੇਕਾਂ ਆਨੰਦ ਦੀਆਂ ਤਰੰਗਾਂ ਉੱਠਦੀਆਂ ਉਹਦੇ ਅੰਦਰ। ਇਸ ਲਈ ਭਗਤ ਹਰ ਵੇਲੇ ਪ੍ਰਸੰਨ ਰਹਿੰਦਾ ਹੈ। ਉਹ ਸਵੇਰੇ ਉੱਠਦਾ ਤਾਂ ਉਹ ਆਨੰਦ ਨਾਲ ਭਰਿਆ ਹੁੰਦਾ ਹੈ। ਉਹ ਰਾਤ ਨੂੰ ਸੌਂਦਾ ਤਾਂ ਵੀ ਆਨੰਦ ਨਾਲ ਹੀ ਭਰਿਆ ਹੁੰਦਾ ਹੈ। ਉਹ ਭੁੱਖਾ ਹੈ ਤਾਂ ਵੀ ਆਨੰਦ ਹੈ, ਉਹ ਰੱਜਾ ਹੈ ਤਾਂ ਵੀ ਆਨੰਦ ਹੈ, ਕਿਉਂਕਿ ਉਹ ਹਰ ਵੇਲੇ ਆਨੰਦ ਵਿੱਚ ਹੀ ਹੈ। ਨਿਤ ਨਵੀਂ ਤਰੰਗ ਹੈ ਉਹਦੇ ਅੰਦਰ, ਉਹਦੇ ਸਿਮਰਨ ਨੂੰ ਕਰ ਕਰਕੇ। ਜਿਵੇਂ ਜਿਵੇਂ ਅਸੀਂ ਸਿਮਰਨ ਕਰਦੇ ਹਾਂ, ਜਿਵੇਂ ਜਿਵੇਂ ਬੰਦਗੀ ਕਰਦੇ ਹਾਂ, ਅਸੀਂ ਨਵੇਂ ਹੁੰਦੇ ਜਾਂਦੇ ਹਾਂ, ਤਾਜ਼ੇ ਹੁੰਦੇ ਜਾਂਦੇ ਹਾਂ। ਤੁਸੀਂ ਸ਼ਬਦ ਬਹੁਤ ਵਾਰੀ ਪੜ੍ਹਿਆ ਹੈ ਕਿ ਸਾਹਿਬ ਮੇਰਾ ਨੀਤ ਨਵਾਂ। ਉਹ ਨਿਤ ਨਵਾਂ ਹੈ। ਤੇ ਜਦੋਂ ਨਿਤ ਨਵੇਂ ਵਾਹਿਗੁਰੂ ਨੂੰ ਬੰਦਾ ਸਿਮਰਦਾ ਹੈ ਤਾਂ ਫਿਰ ਨਿਤ ਨਵਾਂ ਹੀ ਹੁੰਦਾ ਜਾਂਦਾ ਹੈ। ਉਹ ਨਿਤ ਨਵਾਂ, ਉਹ ਪੁਰਾਣਾ ਕਦੇ ਹੁੰਦਾ ਹੀ ਨਹੀਂ। ਅਸੀਂ ਪੁਰਾਣੇ ਹੋ ਜਾਂਦੇ ਹਾਂ, ਅਸੀਂ ਪੁਰਾਣੇ ਹੋ ਜਾਂਦੇ ਹਾਂ। ਅਸੀਂ ਬਚਪਨ ਤੋਂ ਜਵਾਨ, ਜਵਾਨ ਤੋਂ ਫਿਰ ਬੁੱਢੇ ਹੋ ਜਾਂਦੇ ਹਾਂ, ਪੁਰਾਣੇ ਹੋ ਜਾਂਦੇ ਹਾਂ।
ਪਰ ਉਹ ਵਾਹਿਗੁਰੂ ਉਹ ਹਮੇਸ਼ਾ ਨਵਾਂ, ਉਹ ਹਮੇਸ਼ਾ ਤਾਜ਼ਾ, ਤੇ ਉਹਦੇ ਨਾਲ ਜੁੜ ਕੇ ਅਸੀਂ ਵੀ ਉਹੋ ਜਿਹੇ ਹੋ ਜਾਂਦੇ ਹਾਂ। ਬੇਸ਼ੱਕ ਸਰੀਰ ਬੁੱਢਾ ਹੋ ਜਾਂਦਾ ਸਾਡਾ, ਪਰ ਸਾਡੇ ਅੰਦਰ ਉਹ ਵਾਹਿਗੁਰੂ ਨਿਤ ਨਵਾਂ, ਉਹ ਨਵੀਆਂ ਤਰੰਗਾਂ ਸਾਡੇ ਅੰਦਰ ਉਪਜਾਉਂਦਾ ਰਹਿੰਦਾ ਹੈ। ਜਿਵੇਂ ਤੁਸੀਂ ਕਿਸੇ ਬੰਦੇ ਬਾਰੇ ਸੁਣਿਆ ਹੋਵੇਗਾ, ਵੇਖਿਆ ਹੋਵੇਗਾ ਕਿ ਉਹ ਬੰਦਾ ਪਤਾ ਨਹੀਂ ਕਿੱਥੋਂ ਨਵਾਂ ਸੰਗੀਤ ਪੈਦਾ ਕਰਦਾ ਰਹਿੰਦਾ, ਨਵੀਆਂ ਧੁਨਾਂ ਖੋਜ ਕੇ ਲੈ ਆਉਂਦਾ। ਕੋਈ ਮਿਊਜ਼ਿਕ ਡਾਇਰੈਕਟਰ, ਕੋਈ ਗਾਉਣ ਵਾਲਾ ਨਵੀਆਂ ਚੀਜ਼ਾਂ ਲੈ ਕੇ ਆਉਂਦਾ। ਇਹ ਤਾਂ ਸਿਰਫ ਦੁਨਿਆਵੀ ਗੱਲ ਹੈ, ਇਹ ਤਾਂ ਸਿਰਫ ਸੰਗੀਤ ਦੀ ਗੱਲ ਹੈ। ਪਰ ਭਗਤ ਗੁਰਮੁਖ, ਉਹਦਾ ਆਨੰਦ ਇਸ ਤੋਂ ਵੀ ਪਰੇ ਹੈ, ਕਿਉਂਕਿ ਉਹ ਜੋ ਵੀ ਬੋਲ ਬੋਲਦਾ ਉਹ ਬਿਲਕੁਲ ਨਵਾਂ ਹੁੰਦਾ ਹੈ, ਜਿਹੜਾ ਉਸ ਤੋਂ ਪਹਿਲਾਂ ਕਦੇ ਹੋਇਆ ਹੀ ਨਹੀਂ, ਜਿਹੜਾ ਉਸ ਤੋਂ ਪਹਿਲਾਂ ਕਦੇ ਬੋਲਿਆ ਹੀ ਨਹੀਂ ਗਿਆ, ਐਸਾ। ਇਸ ਲਈ ਸਤਿਗੁਰੂ ਕਹਿੰਦੇ ਹਰ ਹਰ ਨਾਮ ਜਪ ਅਨੰਤ ਤਰੰਗਾ, ਜਪ ਜਪ ਨਾਮ ਗੁਰਮਤਿ ਸਾਲਾਹੀ, ਮਾਰਿਆ ਕਾਲ ਜਮ ਕੰਕਰ ਭਯੰਗਾ। ਉਸਨੇ ਗੁਰੂ ਦੀ ਮੱਤ ਤੇ ਚੱਲ ਕੇ ਵਾਹਿਗੁਰੂ ਨੂੰ ਸਲਾਹਿਆ, ਉਹਨੂੰ ਸਿਮਰਿਆ, ਤੇ ਜਮ ਕੰਕਰ ਨੂੰ ਹੀ ਮਾਰ ਲਿਆ, ਮੌਤ ਨੂੰ ਹੀ ਮਾਰ ਲਿਆ। ਮੌਤ ਨੂੰ ਮਾਰ ਲਿਆ ਤੋਂ ਭਾਵ ਮੌਤ ਦਾ ਡਰ ਹੀ ਉਹਨੇ ਮਿਟਾ ਲਿਆ, ਮੌਤ ਦਾ ਕੋਈ ਡਰ ਹੀ ਨਹੀਂ ਰਹਿ ਗਿਆ, ਕਿਉਂਕਿ ਇਹੀ ਸਭ ਤੋਂ ਵੱਡੀ ਸਾਨੂੰ ਦਿੱਕਤ ਹੈ, ਸਾਨੂੰ ਡਰ ਹੀ ਮੌਤ ਦਾ ਹੈ, ਹੋਰ ਕੋਈ ਡਰ ਨਹੀਂ ਹੈ। ਹਰ ਇੱਕ ਚੀਜ਼ ਦੇ ਪਿੱਛੇ ਬੰਦੇ ਦਾ ਡਰ ਮੌਤ ਦਾ ਹੈ, ਹੋਰ ਕੁਝ ਨਹੀਂ। ਬੰਦਾ ਜਰਾ ਜਿਹਾ ਬਿਮਾਰ ਹੋ ਜਾਏ ਨਾ ਤਾਂ ਉਸ ਨੂੰ ਇਹ ਡਰ ਲੱਗ ਜਾਂਦਾ ਕਿ ਕਿਤੇ ਇਹ ਬਿਮਾਰੀ ਮੌਤ ਦਾ ਕਾਰਨ ਨਾ ਬਣ ਜਾਏ। ਇਸ ਲਈ ਲੋਕ ਬਿਮਾਰ ਹੋਣ ਤੋਂ ਡਰਦੇ ਨੇ, ਬਿਮਾਰੀ ਤੋਂ ਨਹੀਂ ਡਰਦੇ, ਬਿਮਾਰੀ ਦੀ ਵਜ੍ਹਾ ਕਰਕੇ ਮੌਤ ਨਾ ਆ ਜਾਏ ਇਸ ਲਈ ਡਰਦੇ ਨੇ, ਹੋਰ ਕੋਈ ਗੱਲ ਨਹੀਂ। ਇਸ ਲਈ ਸਤਿਗੁਰੂ ਸਮਝਾਉਂਦੇ ਕਿ ਜਿਸ ਦਿਨ ਗੁਰੂ ਦੀ ਮੱਤ ਤੇ ਅਸੀਂ ਤੁਰ ਪੈਂਦੇ ਹਾਂ, ਉਸ ਦਿਨ ਮੌਤ ਦਾ ਡਰ ਨਹੀਂ ਰਹਿੰਦਾ, ਕਿਉਂਕਿ ਗੁਰੂ ਪਹਿਲਾਂ ਹੀ ਮੌਤ ਦੀ ਗੱਲ ਕਰਦਾ ਹੈ। ਉਹ ਕਹਿੰਦੇ ਕਿ ਪਹਿਲਾਂ ਮਰੇਗਾ ਤਾਂ ਹੀ ਜੀਵੇਗਾ, ਕਿਉਂਕਿ ਮਰ ਕੇ ਹੀ ਜੀਵਨ ਹੈ, ਮਰ ਕੇ ਹੀ। ਕੈਸੀ ਮੌਤ? ਮੈਂ ਦੀ ਮੌਤ, ਸਾਡੇ ਮਾੜੇ ਵਿਚਾਰਾਂ ਦੀ ਮੌਤ, ਸਾਡੇ ਅੰਦਰ ਉੱਠਣ ਵਾਲੇ ਮਾਇਆ ਦੇ ਫੁਰਨਿਆਂ ਦੀ ਮੌਤ, ਸਾਡੇ ਹੰਕਾਰ ਦੀ ਮੌਤ। ਜਦੋਂ ਇਹ ਮੌਤ ਅਸੀਂ ਮਰ ਜਾਂਦੇ ਹਾਂ ਤਾਂ ਇੱਕ ਨਵਾਂ ਜੀਵਨ ਸਾਨੂੰ ਪ੍ਰਾਪਤ ਹੁੰਦਾ ਹੈ, ਜਿਹਦੇ ਵਿੱਚ ਮੌਤ ਦਾ ਭੈ ਨਹੀਂ ਹੁੰਦਾ ਹੈ। ਇਸ ਲਈ ਸਤਿਗੁਰੂ ਕਹਿੰਦੇ ਸਤਿਗੁਰੂ ਕੈ ਜਨਮੇ ਗਵਨ ਮਿਟਾਇਆ, ਗੁਰੂ ਦੇ ਰਾਹੀਂ ਜਨਮਣ ਨਾਲ ਬੰਦੇ ਦਾ ਜਨਮ ਮਰਨ ਦਾ ਗੇੜ ਮਿਟ ਜਾਂਦਾ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਗੁਰਮੁਖ ਹਰ ਹਰ ਵੇਲ ਵਧਾਈ। ਗੁਰਮੁਖ ਨੇ ਵਾਹਿਗੁਰੂ ਦਾ ਨਾਮ ਜਪ ਜਪ ਕੇ ਵਾਹਿਗੁਰੂ ਦੇ ਨਾਮ ਰੂਪੀ ਵੇਲ ਨੂੰ ਵਧਾ ਲਿਆ। ਇਹ ਵੇਲ ਵੱਧਦੀ ਜਾਂਦੀ ਹੈ। ਤੁਸੀਂ ਵੇਖਿਆ ਹੋਣਾ ਕਿ ਜਿਹੜੀਆਂ ਵੇਲਾਂ ਹੁੰਦੀਆਂ ਉਹ ਵੱਧਦੀਆਂ ਜਾਂਦੀਆਂ, ਉਹਨੂੰ ਤੁਸੀਂ ਜਿਸ ਪਾਸੇ ਨੂੰ ਤੋਰ ਦਿਓਗੇ, ਲਗਾ ਦਿਓਗੇ, ਕਿਸੇ ਦਰਖਤ ਨਾਲ ਲਗਾ ਦਿਓਗੇ ਤੇ ਉਹ ਤਾਂ ਆਕਾਸ਼ ਵਿੱਚ ਚਲੀ ਜਾਂਦੀ। ਜੇ ਉਸ ਨੂੰ ਹੇਠਾਂ ਕਿਸੇ ਖੂਹ ਦੇ ਲਾਗੇ ਰੱਖ ਦਿਓ ਤਾਂ ਉਹ ਜ਼ਮੀਨ ਨੂੰ ਚਲੀ ਜਾਂਦੀ, ਹੇਠਾਂ ਨੂੰ, ਖੂਹ ਵਿੱਚ ਨੂੰ। ਉਹ ਵੱਧਦੀ ਜਾਂਦੀ ਵੇਲ ਲਗਾਤਾਰ। ਸਤਿਗੁਰੂ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਨਾਮ ਮਿਲਿਆ, ਨਾਮ ਰੂਪੀ ਵੇਲ ਉਹਨਾਂ ਦੇ ਅੰਦਰ ਨਿਰੰਤਰ ਵੱਧਦੀ ਜਾਂਦੀ, ਨਿਰੰਤਰ। ਤੁਸੀਂ ਉਹਨੂੰ ਸਿਮਰਦੇ ਹੋ ਆਪਣੀ ਜ਼ੁਬਾਨ ਰਾਹੀਂ, ਮਨ ਰਾਹੀਂ, ਜਿਵੇਂ ਜਿਵੇਂ ਸਿਮਰਦੇ ਜਾਂਦੇ, ਜਿਵੇਂ ਜਿਵੇਂ ਧਿਆਉਂਦੇ ਜਾਂਦੇ, ਉਹ ਵੱਧਦਾ ਜਾਂਦਾ ਹੈ। ਉਹ ਵੇਲ ਵੱਧਦੀ ਜਾਂਦੀ ਉਹਦੇ ਸਿਮਰਨ ਦੀ, ਉਹਦੀ ਬੰਦਗੀ ਦੀ ਵੇਲ। ਗੁਰਮੁਖ ਹਰ ਹਰ ਵੇਲ ਵਧਾਈ। ਗੁਰੂ ਦੇ ਸਨਮੁਖ ਹੋ ਕੇ ਬੰਦੇ ਨੇ ਵਾਹਿਗੁਰੂ ਦੇ ਨਾਮ ਦੀ ਵੇਲ ਨੂੰ ਵਧਾ ਲਿਆ ਤੇ ਫਿਰ ਫਲ ਲੱਗ ਗਏ। ਇਸ ਵੇਲ ਨੂੰ ਫਿਰ ਫਲ ਲੱਗਾ, ਲੱਗੇਗਾ ਹੀ। ਐਸਾ ਹੈ ਹੀ ਨਹੀਂ ਹੈ ਕਿ ਤੁਸੀਂ ਸਿਮਰਨ ਕਰੋ ਤੇ ਉਹਨੂੰ ਫਲ ਨਾ ਲੱਗੇ।
ਤੁਸੀਂ ਉਸ ਨੂੰ ਵਾਹਿਗੁਰੂ ਨੂੰ ਸਿਮਰੋ ਤੇ ਉਹਨੂੰ ਫਲ ਨਾ ਲੱਗੇ, ਐਸਾ ਕਦੇ ਹੁੰਦਾ ਹੀ ਨਹੀਂ। ਜੇ ਨਹੀਂ ਫਲ ਲੱਗਿਆ ਤਾਂ ਫਿਰ ਕਿਤੇ ਨਾ ਕਿਤੇ ਕੁਛ ਗੜਬੜ ਹੋਏਗੀ। ਤੁਸੀਂ ਬੇਲ ਬੀਜ ਬੀਜਿਆ, ਉਸ ਨੂੰ ਫਲ ਨਹੀਂ ਲੱਗਿਆ ਤਾਂ ਫਿਰ ਤੁਹਾਨੂੰ ਦੇਖਣਾ ਪਵੇਗਾ ਕਿ ਕਿਤੇ ਨਾ ਕਿਤੇ ਕੋਈ ਦਿੱਕਤ ਰਹਿ ਗਈ ਹੋਵੇਗੀ। ਪਰ ਐਸਾ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਬੰਦੇ ਨੇ ਮਨ ਜੋੜ ਕੇ ਵਾਹਿਗੁਰੂ ਨੂੰ ਸਿਮਰਿਆ ਹੋਵੇ ਤੇ ਉਹਨੂੰ ਫਲ ਨਾ ਲੱਗਾ ਹੋਵੇ। ਸਤਿਗੁਰੂ ਕਹਿੰਦੇ ਲੱਗਦਾ ਹੈ ਫਲ ਲੱਗੇ ਹਰ ਰਸਕ ਰਸਾਏ, ਕਿ ਬੰਦਾ ਰਸ ਨਾਲ ਭਰ ਜਾਂਦਾ। ਰਸਕ ਕਿ ਮਿਠਾਸ ਨਾਲ, ਆਨੰਦ ਨਾਲ। ਉਹਦੇ ਨਾਮ ਵਿੱਚ ਹੀ ਐਸਾ ਰਸ ਹੈ, ਉਹਨੂੰ ਸਿਮਰਨ ਵਿੱਚ ਹੀ ਰਸ ਹੈ। ਇੱਕ ਤੇ ਹੈ ਕਿ ਜਦੋਂ ਫਲ ਮਿਲੇਗਾ ਉਦੋਂ ਰਸ ਹਾਸਲ ਹੋਵੇਗਾ, ਉਦੋਂ ਆਨੰਦ ਮਿਲੇਗਾ, ਉਹ ਤਾਂ ਜਦੋਂ ਮਿਲੇਗਾ ਸੋ ਮਿਲੇਗਾ ਹੀ, ਪਰ ਉਹਨੂੰ ਸਿਮਰਨ ਵਿੱਚ ਵੀ ਬੜਾ ਆਨੰਦ ਹੈ, ਉਹਦੀਆਂ ਗੱਲਾਂ ਕਰਨ ਵਿੱਚ ਵੀ ਬੜਾ ਆਨੰਦ ਹੈ, ਉਸ ਦਾ ਕੀਰਤਨ ਕਰਨ ਵਿੱਚ, ਸੁਣਨ ਵਿੱਚ, ਉਹਦੀ ਸਿਫਤ ਸਲਾਹ ਕਰਨ ਵਿੱਚ ਬੜਾ ਸਕੂਨ ਹੈ, ਬੜਾ ਆਨੰਦ ਹੈ। ਤੇ ਜਦੋਂ ਉਹ ਮਿਲ ਜਾਂਦਾ ਤਾਂ ਫਿਰ ਉਸ ਤੋਂ ਵੀ ਵੱਡਾ ਆਨੰਦ ਹੈ ਜਿਹੜਾ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਫਲ ਲਾਗੇ ਹਰ ਰਸਕ ਰਸਾਈ, ਹਰ ਹਰ ਨਾਮ ਜਪ ਅਨੰਤ ਤਰੰਗਾ। ਹੇ ਭਾਈ, ਵਾਹਿਗੁਰੂ ਦੇ ਨਾਮ ਨੂੰ ਜਪ, ਜਿਹਦੇ ਨਾਲ ਅਨੰਤ ਤਰੰਗਾਂ ਪੈਦਾ ਹੋ ਜਾਂਦੀਆਂ ਮਨ ਅੰਦਰ। ਮਨ ਦੀਆਂ ਜਿਹੜੀਆਂ ਤਰੰਗਾਂ ਮਾਇਆ ਦੀਆਂ, ਇਹ ਸਭ ਮਿਟ ਜਾਂਦੀਆਂ, ਇਹ ਸਭ ਖਤਮ ਹੋ ਜਾਂਦੀਆਂ। ਮਨ ਮਾਇਆ ਵਾਲੇ ਪਾਸੇ ਹਟ ਜਾਂਦਾ ਹੈ ਦੌੜਨੋਂ। ਸਾਡੇ ਸਰੀਰ ਦੀ ਇੱਕ ਹੀ ਊਰਜਾ ਹੈ, ਇਹੀ ਚੰਗੇ ਪਾਸੇ ਜਾਂਦੀ ਹੈ, ਇਹੀ ਮੰਦੇ ਪਾਸੇ। ਇਹੀ ਸਿਰਜਣਾਤਮਕ ਹੁੰਦੀ ਹੈ ਤੇ ਇਹੀ ਵਿਨਾਸ਼ਾਤਮਕ। ਇਸ ਲਈ ਜਦੋਂ ਕੋਈ ਬੰਦਾ, ਤੁਸੀਂ ਗੌਰ ਕਰਨਾ, ਜਦੋਂ ਕੋਈ ਬੰਦਾ ਸਿਰਜਣਾਤਮਕ ਹੋ ਜਾਂਦਾ ਹੈ, ਕ੍ਰੀਏਟਿਵ ਹੋ ਜਾਂਦਾ ਹੈ, ਤਦੋਂ ਉਹਦੀ ਊਰਜਾ ਗਲਤ ਪਾਸੇ ਜਾਣੋਂ ਹਟ ਜਾਂਦੀ ਹੈ। ਉਹਨੂੰ ਗੁੱਸਾ ਘੱਟ ਆਉਣ ਲੱਗ ਜਾਂਦਾ ਹੈ। ਹੁਣ ਨਹੀਂ ਇੰਨਾ ਗੁੱਸਾ ਹੁੰਦਾ, ਕ੍ਰੋਧਿਤ ਨਹੀਂ ਹੁੰਦਾ, ਕਿਉਂਕਿ ਉਹਦੀ ਊਰਜਾ ਹੁਣ ਚੰਗੇ ਪਾਸੇ ਨੂੰ ਲੱਗਣ ਲੱਗ ਪਈ ਹੈ। ਤੁਸੀਂ ਵੇਖੋ, ਆਪਣੇ ਛੋਟੇ ਬੱਚੇ ਨੂੰ ਹੀ ਵੇਖ ਲਵੋ ਕਿ ਉਹਦੇ ਅੰਦਰ ਊਰਜਾ ਬਹੁਤ ਹੈ, ਉਹ ਕੁਛ ਨਾ ਕੁਛ ਕਰਦਾ ਹੈ, ਹਲਚਲ ਕਰਦਾ ਰਹਿੰਦਾ ਸਾਰਾ ਦਿਨ, ਇੱਧਰ ਉੱਧਰ, ਕਦੇ ਕੁਛ ਭੰਨ ਦਿੰਦਾ, ਕਦੇ ਕੁਛ, ਉਹਦੇ ਅੰਦਰ ਊਰਜਾ ਹੈ। ਹੁਣ ਉਸ ਬੱਚੇ ਨੂੰ ਜਦੋਂ ਅਸੀਂ ਕੁਝ ਐਕਟੀਵਿਟੀ ਦੇ ਦਿੰਦੇ ਹਾਂ, ਕੁਝ ਕੰਮ ਕਰਨ ਨੂੰ ਦੇ ਦਿੰਦੇ ਹਾਂ, ਤਾਂ ਉਹ ਆਪਣੀ ਸਾਰੀ ਊਰਜਾ ਨੂੰ ਉਸ ਪਾਸੇ ਲਾਉਂਦਾ। ਫਿਰ ਉਹ ਖਿੱਚਦਾ ਨਹੀਂ, ਫਿਰ ਉਹ ਕ੍ਰੋਧਿਤ ਨਹੀਂ ਹੁੰਦਾ, ਫਿਰ ਉਹ ਜਿੱਦ ਨਹੀਂ ਕਰਦਾ, ਕਿਉਂਕਿ ਉਹਦੀ ਊਰਜਾ ਨੂੰ ਸਿਰਜਣਾਤਮਕ ਰੂਪ ਦੇ ਦਿੱਤਾ ਤੁਸੀਂ। ਬਿਲਕੁਲ ਐਸਾ ਹੀ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਕ੍ਰੋਧ ਬਹੁਤ ਹੈ, ਤਾਂ ਆਪਣੀ ਉਸ ਕ੍ਰੋਧ ਦੀ ਊਰਜਾ ਨੂੰ ਕਿਸੇ ਹੋਰ ਪਾਸੇ ਲਾ ਲਵੋ, ਕੁਝ ਨਾ ਕੁਝ ਕ੍ਰੀਏਟਿਵ। ਤੁਹਾਡੇ ਘਰ ਦੇ ਵਿੱਚ ਛੋਟੀ ਮੋਟੀ ਬਗੀਚੀ ਹੋਵੇਗੀ ਕੋਈ, ਉੱਥੇ ਕੁਛ ਨਾ ਕੁਛ ਫੁੱਲ ਬੀਜ ਲਵੋ, ਉਸ ਨੂੰ ਗੋਡੀ ਕਰਦੇ ਰਹੋ, ਉਸ ਨੂੰ ਕੁਛ ਨਾ ਕੁਛ, ਕਿਉਂਕਿ ਤੁਸੀਂ ਜਰਾ ਵੇਖਣਾ ਉਸ ਮਾਲੀ ਨੂੰ ਕਿ ਜਦੋਂ ਉਹਦੇ ਲਾਏ ਹੋਏ ਬੂਟੇ ਫੁੱਲ ਦਿੰਦੇ ਨੇ ਤਾਂ ਫੁੱਲਾਂ ਵਾਂਗ ਮਾਲੀ ਵੀ ਖਿੜ ਜਾਂਦਾ ਹੈ। ਕਿਉਂ ਖਿੜਿਆ ਉਹ? ਕਿਉਂਕਿ ਉਸਨੇ ਉਹਨਾਂ ਨੂੰ ਲਾਇਆ ਸੀ, ਉਹਨੂੰ ਪਾਣੀ ਦਿੱਤਾ ਸੀ, ਉਹਨਾਂ ਦੀ ਗੋਡੀ ਕੀਤੀ ਸੀ, ਉਹਨਾਂ ਨੂੰ ਸੰਭਾਲਿਆ ਸੀ। ਉਹਨੇ ਆਪਣੀ ਊਰਜਾ ਨੂੰ ਇਸ ਪਾਸੇ ਲਾਇਆ ਤੇ ਜਿਵੇਂ ਫੁੱਲ ਪ੍ਰਫੁੱਲਿਤ ਹੋਏ, ਖਿੜੇ, ਤਾਂ ਉਹ ਵੀ ਖਿੜਿਆ, ਉਹਨਾਂ ਨੂੰ ਦੇਖ ਕੇ ਖੁਸ਼ ਹੋਇਆ। ਬਸ ਐਸਾ ਹੀ ਜਦੋਂ ਅਸੀਂ ਆਪਣੀ ਊਰਜਾ ਨੂੰ ਚੰਗੇ ਪਾਸੇ ਲਾ ਦਿੰਦੇ ਹਾਂ ਤਾਂ ਸਾਡਾ ਜੀਵਨ ਪ੍ਰਫੁੱਲਿਤ ਹੁੰਦਾ ਹੈ, ਖਿੜਾਓ ਆਉਂਦਾ ਹੈ, ਅਸੀਂ ਗਲਤ ਚੀਜ਼ਾਂ ਤੋਂ ਬਚ ਜਾਂਦੇ ਹਾਂ। ਆਪਾਂ ਅਕਸਰ ਕਹਿੰਦੇ ਹਾਂ ਕਿ ਵਿਹਲਾ ਮਨ ਜਿਹੜਾ ਉਹ ਸ਼ੈਤਾਨ ਦਾ ਘਰ ਹੁੰਦਾ ਹੈ। ਬਸ ਆਹੀ ਗੱਲ ਹੈ ਕਿ ਜਦੋਂ ਅਸੀਂ ਕੁਝ ਨਾ ਕੁਝ ਚੰਗਾ ਕਰਨ ਵਾਲੇ ਪਾਸੇ ਆਪਣੇ ਆਪ ਨੂੰ ਲਾਉਂਦੇ ਹਾਂ ਤਾਂ ਅਸੀਂ ਸਵਰਦੇ ਹਾਂ, ਸਾਡੇ ਅੰਦਰ ਮਾਇਆ ਦੀਆਂ ਤਰੰਗਾਂ ਨਹੀਂ ਪੈਦਾ ਹੁੰਦੀਆਂ, ਫਿਰ ਸਾਡੇ ਅੰਦਰ ਫਿਰ ਆਨੰਦ ਦੀਆਂ ਤਰੰਗਾਂ ਉੱਠਦੀਆਂ, ਆਨੰਦ ਦੀਆਂ। ਇਸ ਲਈ ਹਰ ਹਰ ਨਾਮ ਜਪ ਅਨੰਤ ਤਰੰਗਾ, ਅਨੇਕਾਂ ਤਰੰਗਾਂ ਉੱਠੀਆਂ। ਜਪ ਜਪ ਨਾਮ ਗੁਰਮਤਿ ਸਾਲਾਹੀ,
ਗੁਰੂ ਦੀ ਮੱਤ ਤੇ ਚੱਲ ਕੇ ਵਾਹਿਗੁਰੂ ਦੇ ਨਾਮ ਨੂੰ ਸਲਾਹਿਆ ਜਪਿਆ, ਮਾਰਿਆ ਕੰਕਰ ਕਾਲ ਜਮ ਕੰਕਰ ਭੰਗਾ। ਇਹ ਜਮ ਕੰਕਰ ਇਸ ਨੂੰ ਮਾਰ ਲਿਆ। ਇਹ ਭੰਗਾ, ਇਹ ਸੱਪ ਜਿਹੜਾ ਡਸਣ ਲਈ ਤਿਆਰ ਹੀ ਬੈਠਾ ਸੀ, ਇਸ ਨੂੰ ਹੀ ਖਤਮ ਕਰ ਲਿਆ। ਇਸ ਲਈ ਹੁਣ ਇਹ ਸਮਝ ਆ ਗਈ ਕਿ ਸਰੀਰ ਦੀ ਮੌਤ ਦੇ ਨਾਲ ਮੇਰੀ ਮੌਤ ਹੋਣ ਵਾਲੀ ਨਹੀਂ ਹੈ। ਹੁਣ ਇਸ ਜਮ ਕੰਕਰ ਨੂੰ ਹੀ ਮਾਰ ਲਿਆ। ਰਹਾਉ ਹਰ ਹਰ ਗੁਰ ਮੈਂ ਭਗਤ ਰਖਾਈ। ਵਾਹਿਗੁਰੂ ਨੇ ਆਪਣੀ ਭਗਤੀ ਗੁਰੂ ਦੇ ਅੰਦਰ ਰੱਖ ਦਿੱਤੀ। ਗੁਰੂ ਨੂੰ ਭਗਤੀ ਦਾ ਭੰਡਾਰ ਬਖਸ਼ ਦਿੱਤਾ। ਪਰਮੇਸ਼ਰ ਨੇ ਗੁਰੂ ਨੂੰ ਬਖਸ਼ਿਆ ਭਗਤੀ ਦਾ ਭੰਡਾਰ, ਤੇ ਗੁਰੂ ਫਿਰ ਉਹ ਭਗਤੀ ਦਾ ਭੰਡਾਰ ਸਾਨੂੰ ਵੰਡਦਾ, ਸਾਨੂੰ ਮਨੁੱਖਾਂ ਨੂੰ ਦਿੰਦਾ। ਅਸੀਂ ਉਸ ਭਗਤੀ ਰਾਹੀਂ ਵਾਹਿਗੁਰੂ ਨਾਲ ਜੁੜਦੇ ਹਾਂ। ਹਰ ਹਰ ਗੁਰ ਮੈਂ ਭਗਤ ਰਖਾਈ, ਗੁਰ ਤੁਠਾ ਗੁਰੂ ਤੁਠਾ। ਤੁਠਾ ਮਤਲਬ ਤੁੱਠ ਕੇ, ਪ੍ਰਸੰਨ ਹੋ ਕੇ। ਗੁਰੂ ਜਿਹਦੇ ਤੇ ਪ੍ਰਸੰਨ ਹੁੰਦਾ ਹੈ, ਸਿੱਖ ਦੇਵ ਹੈ ਮੇਰੇ ਭਾਈ। ਗੁਰੂ ਕਿਰਪਾ ਕਰਕੇ ਉਸ ਸਿੱਖ ਨੂੰ ਦਿੰਦਾ ਹੈ ਜਿਹਦੇ ਉੱਤੇ ਗੁਰੂ ਪ੍ਰਸੰਨ ਹੋ ਜਾਂਦਾ ਹੈ। ਇਸ ਲਈ ਗੁਰੂ ਦੀ ਪ੍ਰਸੰਨਤਾ ਲੈਣ ਵਾਸਤੇ ਅਸੀਂ ਇੱਥੇ ਜੁੜਦੇ ਹਾਂ ਕਿ ਗੁਰੂ ਕਿਰਪਾ ਕਰਕੇ ਸਾਡੇ ਤੇ ਪ੍ਰਸੰਨ ਹੋ ਜਾਵੇ, ਗੁਰੂ ਸਾਡੇ ਤੇ ਰੀਝ ਜਾਵੇ, ਉਹਦੀ ਰੀਝਤਾ ਲਈ, ਉਹਦੀ ਪ੍ਰਸੰਨਤਾ ਲਈ। ਇਸ ਲਈ ਗੁਰੂ ਨੂੰ ਪ੍ਰਸੰਨ ਕਰਨ ਦਾ ਹਰ ਮੁਮਕਿਨ ਯਤਨ ਕਰਨਾ ਕਿ ਜਿਵੇਂ ਵੀ ਉਹ ਪ੍ਰਸੰਨ ਹੋ ਜਾਏ। ਤੁਸੀਂ ਸਿਮਰਨ ਕਰਕੇ ਉਸ ਨੂੰ ਪ੍ਰਸੰਨ ਕਰ ਲਓ, ਸੇਵਾ ਕਰਕੇ ਕਰ ਲਵੋ, ਕਿਸੇ ਦਾ ਭਲਾ ਕਰਕੇ, ਕਿਸੇ ਨੂੰ ਕੁਝ ਦੇ ਕੇ, ਕਿਸੇ ਦਾ ਭਲਾ ਕਰਕੇ, ਕਿਸੇ ਨੂੰ ਦਾਨ ਦੇ ਕੇ, ਕਿਸੇ ਵੀ ਢੰਗ ਨਾਲ ਬਸ ਉਹ ਰੀਝ ਜਾਵੇ। ਜਦੋਂ ਉਹ ਰੀਝ ਗਿਆ, ਜਦੋਂ ਉਹ ਪ੍ਰਸੰਨ ਹੋ ਗਿਆ, ਤਾਂ ਉਹ ਭਗਤੀ ਦਾ ਭੰਡਾਰ ਬਖਸ਼ ਦਿੰਦਾ ਹੈ। ਉਹ ਆਪਣੀ ਬੰਦਗੀ ਦਾ ਖਜ਼ਾਨਾ ਦੇ ਦਿੰਦਾ ਹੈ। ਸਤਿਗੁਰੂ ਕਹਿੰਦੇ ਹਰ ਹਰ ਗੁਰ ਮੈਂ ਭਗਤ ਰਖਾਈ, ਗੁਰ ਤੁਠਾ ਸਿੱਖ ਦੇਵੈ ਮੇਰੇ ਭਾਈ। ਹੇ ਮੇਰੇ ਭਾਈ, ਗੁਰੂ ਤਰੁੱਠ ਕੇ ਬਖਸ਼ ਦਿੰਦਾ ਹੈ, ਉਹ ਰਹਿਮਤ ਕਰ ਦਿੰਦਾ ਹੈ। ਹਉਮੈ ਕਰਮ ਕਿਛ ਬਿਧ ਨਹੀਂ ਜਾਣੈ। ਜਿਹੜਾ ਬੰਦਾ ਹਉਮੈ ਦੇ ਵਿੱਚ ਕੋਈ ਕਰਮ ਕਰਦਾ ਹੈ, ਹੰਕਾਰ ਵਿੱਚ, ਉਹ ਕੀਤੇ ਉਸ ਕਰਮ ਦੀ ਵਿਧ ਜਾਣਦਾ ਹੀ ਨਹੀਂ। ਸੇਵਾ ਕੀਤੀ ਪਰ ਹਉਮੈ ਨਾਲ, ਹੰਕਾਰ ਨਾਲ। ਸਤਿਗੁਰੂ ਕਹਿੰਦੇ ਉਹ ਸੇਵਾ ਕੀਤੀ ਨਾ ਕੀਤੀ ਇੱਕ ਬਰਾਬਰ ਹੀ ਹੋਈ। ਸਿਮਰਨ ਕੀਤਾ, ਉਹਦਾ ਹੰਕਾਰ ਕੀਤਾ, ਤਾਂ ਫਿਰ ਉਸ ਸਿਮਰਨ ਦਾ ਕੀ ਕੀਤਾ? ਕੁਝ ਕੱਖ ਵੀ ਨਹੀਂ, ਕੁਛ ਵੀ ਨਹੀਂ ਹਾਸਲ ਹੋਇਆ। ਸਤਿਗੁਰੂ ਕਹਿੰਦੇ ਬੰਦਾ ਕਰਮ ਕਰਦਾ। ਬਹੁਤ ਸਾਰੇ ਲੋਕ ਨੇ ਬੜਾ ਦਾਨ ਪੁੰਨ ਕਰਦੇ ਨੇ, ਬੜੀ ਸੇਵਾ ਕਰਦੇ ਨੇ, ਬੜਾ ਸਿਮਰਨ ਕਰਦੇ, ਪਰ ਹੰਕਾਰ ਕਰ ਲੈਂਦੇ ਨੇ, ਹਉਮੈ ਕਰ ਲੈਂਦੇ ਨੇ, ਜਾਂ ਹਉਮੈ ਦੇ ਅਧੀਨ ਹੋ ਕੇ ਹੀ ਕਰਦੇ ਨੇ। ਇੱਕ ਤੇ ਹੈ ਕਿ ਬੰਦਾ ਪਹਿਲਾਂ ਕਰਮ ਕਰਦਾ ਫਿਰ ਉਹਦਾ ਹੰਕਾਰ ਕਰਦਾ, ਪਰ ਇੱਕ ਬੰਦੇ ਐਸੇ ਨੇ ਉਹ ਪਹਿਲਾਂ ਹੀ ਹਉਮੈ ਨਾਲ ਭਰੇ ਹੁੰਦੇ ਨੇ, ਹਉਮੈ ਦੇ ਅਧੀਨ ਉਹ ਕੰਮ ਕਰਦੇ ਨੇ ਕੋਈ, ਹਉਮੈ ਦੇ ਕਰਕੇ। ਇਸ ਲਈ ਕਿ ਲੋਕ ਮੈਨੂੰ ਚੰਗਾ ਸਮਝਣ, ਲੋਕ ਮੈਨੂੰ ਕਹਿਣ ਕਿ ਬੰਦਾ ਬਹੁਤ ਵਧੀਆ ਹੈ, ਬੜਾ ਸੇਵਾਦਾਰ ਹੈ, ਬੜਾ ਗੁਰਸਿੱਖ ਹੈ, ਰੋਜ਼ ਗੁਰਦੁਆਰੇ ਜਾਂਦਾ ਹੈ। ਲੋਕ ਇਸ ਕਰਕੇ ਹੀ ਗੁਰਦੁਆਰੇ ਜਾਂਦੇ ਨੇ ਕਿ ਲੋਕਾਂ ਦੀ ਨਿਗਾਹ ਵਿੱਚ ਚੰਗੇ ਬਣੇ ਰਹੀਏ, ਲੋਕਾਂ ਦੀ ਨਿਗਾਹ ਵਿੱਚ ਆਪਣੇ ਆਪ ਨੂੰ ਗੁਰਸਿੱਖ ਕਹਾਉਂਦੇ ਰਹੀਏ। ਇਸ ਤਰ੍ਹਾਂ ਦਾ ਪਖੰਡ ਕਰਦੇ। ਉਹ ਹੰਕਾਰ ਪਹਿਲਾਂ ਵੀ ਹੈ ਤੇ ਉਸ ਕਰਮ ਨੂੰ ਕਰਕੇ ਹੰਕਾਰ ਹੋਰ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਕੁਝ ਹਾਸਲ ਨਹੀਂ ਹੁੰਦਾ। ਇਸ ਤਰ੍ਹਾਂ ਕਰਨ ਨਾਲ ਬਿਲਕੁਲ ਐਸੀ ਹਾਲਤ ਹੁੰਦੀ ਹੈ ਹਾਥੀ ਵਰਗੀ, ਜਿਉਂ ਕੁੰਚਰ ਨਹਾਏ ਖਾਕ ਸਿਰ ਛਾਣ। ਜਿਵੇਂ ਕੋਈ ਹਾਥੀ ਨਹਾ ਕੇ ਆਪਣੇ ਸਿਰ ਦੇ ਉੱਤੇ ਖਾਕ ਮਿੱਟੀ ਸੁੱਟ ਲਵੇ। ਸਤਿਗੁਰੂ ਕਹਿੰਦੇ ਉਸ ਬੰਦੇ ਦੀ ਹਾਲਤ ਐਸੀ ਹੈ ਕਿ ਸੇਵਾ ਕਰਕੇ, ਹੰਕਾਰ ਕਰਕੇ ਆਪਣੇ ਸਿਰ ਸਵਾਹ ਪਾ ਲਈ। ਇਸ ਲਈ ਉਹਦੀ ਸੇਵਾ, ਉਹਦਾ ਸਿਮਰਨ ਉਹ ਕਿਸੇ ਅਰਥ ਨਹੀਂ ਗਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਇਹੀ ਗੱਲ ਕਹਿੰਦੇ ਨੇ। ਸਤਿਗੁਰੂ ਕਹਿੰਦੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਹਾਥੀ ਦੇ ਇਸ਼ਨਾਨ ਵਾਂਗ ਵਿਅਰਥ ਜਾਂਦਾ ਹੈ। ਹਾਥੀ ਨਹਾਉਂਦਾ ਹੈ ਪਾਣੀ ਵਿੱਚ, ਨਦੀ ਵਿੱਚ ਬੈਠਾ ਰਹਿੰਦਾ ਹੈ, ਪਰ ਜਿਵੇਂ ਹੀ ਉਹ ਨਦੀ ਤੋਂ ਬਾਹਰ ਆਉਂਦਾ ਹੈ, ਆਪਣੀ ਸੁੰਡ ਦੇ ਨਾਲ
चुक के मिट्टी अपने शरीर के उत्ते पा लैंदा है। सब बेकार गया उहदा रोना। बिल्कुल ऐसा ही लोग सेवा करते हैं, दान पुण्य करते हैं, सब कुछ करके उहदा हंकार कर लेंदे ने, इसलिए सब कुछ बेकार हो जाता है। पर मन विच ये रहिंदा है कि मैं तो बड़ी सेवा की, मैं तो बड़ी सेवा की, हासिल कुछ भी नहीं होया। मैं सुनिया कि एक आदमी मरिया, बड़ा कंजूस सी, मरिया तो मर के पहुंच गया, जम लै गए उसनूं नरक विच लिजाया जान लगा। जदों वो पहुंचा परलोक विच तां उसने जमां नूं कहा कि मेरे लिए तो बाजे गाजे बजने चाहिए सन, मेरा तो स्वागत बहुत वधिया तरीके नाल होना चाहिए सी। उन्होंने कहा कि तुहाडा स्वागत वधिया तरीके नाल क्यों हुंदा, क्योंकि इत्थे तां स्वागत उन्हां दा हुंदा जिन्हां ने कोई बंदगी कीती होवे, तपस्या कीती होवे। वो कहंदे तुहानूं पता नहीं, मैं बड़ा दानी बंदा हाँ, मैं बड़ा दान पुण्य कीता। तां जिथे उहदी एंट्री होनी सी तां उस जम ने कहा कि पहला इहदा देखो सही किते सानू गलती ते नहीं लग गई, इहदा चिट्ठा अगला पिछला चिट्ठा चैक करो दोबारा, इहदे सारियां पिछले फोल्डर सारे चैक करो कि कित्थे इहने कदों की दान कीता। उन्होंने सारा हिसाब किताब किया, जदों शुरू तो लैके सब कुछ वेख्या। सब कुछ वेखण तो बाद उन्होंने कहा कि तेरा सानू ते किते कोई दिसिया नहीं कोई दान किया, असीं तेरियां सारियां फाइलां चैक कर लियां, सानू किते नहीं कुछ लभा। वो कहंदा नहीं, तुहाडे सिस्टम दे विच कुछ खराबी है, तुहाडे चित्रगुप्त ने कुछ लिखिया नहीं होना, तुहाडीआं फाइलां करप्ट हो गई होणियां, वायरस आ गया होना कोई। मैं तो बड़ा दान करदा रहा, मैं बड़ा दान किया, मैं बड़ा लोकां दा भला करिया। उन्होंने कहा कि साडी तां कुछ भी समझ विच नहीं आ रहा, तो सानू दस, असीं उस दिन दा देख लैंदे आ जिस दिन दा तू दसेगा। उन्हें कहा कल दी ते गल है हजे, कल एक भिखारी नूं मैं 5 पैसे दिते, कल एक भिखारी नूं मैं 5 पैसे दिते ने। और जम ने विचारिया, दोनों जने आपस में डिस्कस करते हैं कि की करिए। उन्हें कहा कि इहदा एक हल है, इनू नरक लै जाओ। वो फिर रौला पाउण लग पिया, नरक मैं जिहड़ा दान किया वो कहंदा आ लै अपने 5 पैसे दे, चल तू नरक। लोग जरा जिहा दान करके जणाउंदे फिरदे ने, जरा जिहा दान करके वो इस गल का प्रगटावा करते हैं कि असीं बहुत वड्डा कर्म कर लिया। सतगुरु कहंदे जिवें हाथी के सिर ते स्वाह हुंदी पैंदी है, बिल्कुल ऐसी हालत है। ज्यों कुंचर नहाए खाक सिर छाणै, जे वड भाग होवैं बड़ ऊचे। जे बंदे दे वड्डे भाग होण तां नानक नाम जपै सच सूचे, तां वाहिगुरू दे नाम नूं जप के बंदा सुच्चा हो जावे। सुचमता आ जाती है साडे अंदर जदों असीं उहदे नाम नूं जपदे हां, जदों असीं उस दे नाम नूं सिमरदे हां। उहदे नाम तो बिना सुचमता नहीं आउंदी, उहदे नाम तो बिना शरीर तो सुच्चा हो जाता है नहा धो के, पर साडा मन तन मन उदों सुच्चा हुंदा है जदों उहदा नाम सानूं नसीब हुंदा है। सतगुरु रहमत करे, ये नाम की सुचमता गुरु कृपा करके सब नूं बख्शे, होइयां भुल्लां दी खिमा सतगुरु जी अते आप सर्वत संगत बख्शण जो भुल्लां ना चितारदे होए आखो जी वाहिगुरू जी का खालसा वाहिगुरू जी की फतेह।